ਨਮਸਕਾਰ ਐਂਡ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਟਿਊਟੋਰੀਅਲ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਡਿਫਰੈਂਟ ਟਾਈਪ ਆਫ ਫੰਕਸ਼ਨਸ। ਫੰਕਸ਼ਨ ਕਿੰਨੀ ਪ੍ਰਕਾਰ ਦਾ ਹੁੰਦਾ ਹੈ ਤਾਂ ਉਹ ਸਾਰੀ ਟਾਈਪਸ ਇਸ ਦੀਆਂ ਆਪਾਂ ਇਸ ਲੈਕਚਰ ਦੇ ਵਿੱਚ 1 ਬਾਈ 1 ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਮੇਰਾ ਡੈਸਕਟਾਪ ਸ਼ੇਅਰ ਕਰਨਾ, ਦੈਨ ਆਫਟਰ ਵੀ ਵਿਲ ਸਟਾਰਟ ਆਲ ਦਿਸ 1 ਬਾਈ 1। ਸਭ ਤੋਂ ਪਹਿਲਾਂ ਤੁਸੀਂ ਇਸ ਵਾਈਟ ਬੋਰਡ ਤੇ ਆਇਓ and at this place there are some rules. First we need to identify whether these are functions or not। ਕਿ ਆਪਾਂ ਨੂੰ ਇਨਪੁਟ ਦਿੱਤੀ ਹੋਈ ਹੈ, ਗ੍ਰਾਫਸ ਦਿੱਤੇ ਹੋਏ ਨੇ ਜਾਂ ਇੱਕ ਫਿਗਰ ਦਿੱਤੀ ਹੋਈ ਹੈ, ਉਸ ਨੂੰ ਦੇਖ ਕੇ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਆਹ ਫੰਕਸ਼ਨ ਬਣੇਗਾ ਜਾਂ ਨਹੀਂ ਬਣੇਗਾ। ਤਾਂ ਇਹ ਆਪਣੇ ਕੋਲ ਕੁਛ ਇੱਕ ਪੁਆਇੰਟ ਹੈਗੇ ਨੇ, ਉਹ ਆਪਾਂ 1 ਬਾਈ 1 ਡਿਸਕਸ ਕਰ ਲੈਂਦੇ ਹਾਂ। ਸਪੋਜ਼ ਦੇਟ we have these two set, okay, and this is function from one set to the other। ਜਿਹੜਾ ਪਹਿਲੇ ਵਾਲਾ ਸੈਟ ਹੈ that is A and this is B। A ਸੈਟ ਦੇ ਵਿੱਚ ਕੁਛ ਨਾ ਕੁਛ ਆਪਣੇ ਕੋਲ ਐਲੀਮੈਂਟ ਹੈਗੇ ਨੇ। ਸਪੋਜ਼ that these are 1 2 3 4 and 5। ਜਿਹੜਾ B ਸੈਟ ਹੈਗਾ ਇਸ ਦੇ ਵਿੱਚ ਆਪਣੇ ਕੋਲ ਹੈਗੇ ਨੇ 2 4 6 and 8। ਹੁਣ ਇਸ ਦੇ ਵਿੱਚ ਕੀ ਹੈ ਕਿ ਜਿਹੜਾ 1 ਐਲੀਮੈਂਟ ਹੈਗਾ ਉਹ ਇਸ ਦੇ ਨਾਲ ਐਸੋਸੀਏਟ ਹੈਗਾ, ਸੈਕਿੰਡ 4 ਦੇ ਨਾਲ ਹੈਗਾ, ਥਰਡ 6 ਦੇ ਨਾਲ ਹੈਗਾ, 4 8 ਦੇ ਨਾਲ ਹੈਗਾ। ਆਪਾਂ ਨੂੰ ਇੱਕ ਇਸ ਤਰ੍ਹਾਂ ਦੀ ਡਾਇਗਰਾਮ ਦਿੱਤੀ ਹੋਈ ਹੈ। ਹੁਣ ਇਸ ਡਾਇਗਰਾਮ ਤੋਂ ਆਪਾਂ ਕਿਵੇਂ ਜੱਜ ਕਰਾਂਗੇ ਕਿ ਇਹ ਫੰਕਸ਼ਨ ਬਣੇਗਾ ਕਿ ਨਹੀਂ ਬਣੇਗਾ। ਉਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਕਿ ਜੋ ਇਸ ਦੀ ਡੈਫੀਨੇਸ਼ਨ ਆਪਾਂ ਸਟੱਡੀ ਕੀਤੀ ਸੀਗੀ ਫੰਕਸ਼ਨ ਦੀ, ਉਸ ਦੇ ਵਿੱਚ ਕੀ ਸੀਗਾ ਕਿ ਈਚ ਐਲੀਮੈਂਟ ਆਫ ਸੈਟ A, ਮੈਂ ਇੱਥੇ ਨੋਟ ਦੁਬਾਰਾ ਕਰ ਦੇਣਾ, ਈਚ ਐਲੀਮੈਂਟ ਆਫ ਸੈਟ A, each element of set A are uniquely associated with the element of B। ਤਾਂ A ਸੈਟ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹ ਸਾਰੇ B ਦੇ ਸੈਟ ਦੇ ਐਲੀਮੈਂਟ ਦੇ ਨਾਲ ਯੂਨੀਕਲੀ ਐਸੋਸੀਏਟਡ ਹੋਣਾ ਚਾਹੀਦਾ ਹੈ। ਦਿਸ ਇਜ਼ ਵੈਰੀ ਸਿੰਪਲ 1 ਲਾਈਨ ਡੈਫੀਨੇਸ਼ਨ। ਤਾਂ ਇਸ ਨੂੰ ਤੁਸੀਂ ਯਾਦ ਕਰ ਲਓ ਕਿ A ਸੈਟ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹ B ਦੇ ਨਾਲ ਜਦੋਂ ਯੂਨੀਕਲੀ ਐਸੋਸੀਏਟਡ ਹੋਣਗੇ ਉਸ ਕੇਸ ਦੇ ਵਿੱਚ ਇਹ ਆਪਣੇ ਕੋਲ ਫੰਕਸ਼ਨ ਬਣੇਗਾ। ਹੁਣ ਜਿਹੜਾ ਆਪਣਾ A ਸੈਟ ਹੈਗਾ ਇਸ ਦੇ ਵਿੱਚ 1 ਐਲੀਮੈਂਟ 2 ਐਲੀਮੈਂਟ 3 ਐਲੀਮੈਂਟ 4 ਐਲੀਮੈਂਟ, ਇਹ ਚਾਰੋਂ ਐਲੀਮੈਂਟ ਜਿਹੜੇ ਨੇ B ਦੇ ਨਾਲ ਯੂਨੀਕਲੀ ਐਸੋਸੀਏਟਡ ਹੈਗੇ ਨੇ। ਲੇਕਿਨ ਜਿਹੜਾ ਇੱਕ ਐਲੀਮੈਂਟ ਆਪਣੇ ਕੋਲ ਬਚ ਗਿਆ ਇਹ ਆਪਣੇ ਕੋਲ ਐਸੋਸੀਏਟ ਨਹੀਂ ਹੈ। ਇਸ ਕਰਕੇ ਆਹ ਜਿਹੜੀ ਫਿਗਰ ਆਪਾਂ ਨੂੰ ਦਿੱਤੀ ਹੋਈ ਹੈ ਜੋ ਪ੍ਰੈਜ਼ੈਂਟ ਕਰ ਰਹੀ ਹੈ ਫੰਕਸ਼ਨ ਨੂੰ, ਇਹ ਫੰਕਸ਼ਨ ਹੈ ਹੀ ਨਹੀਂ। ਫੰਕਸ਼ਨ ਦਾ ਪ੍ਰੈਜ਼ੈਂਟ ਰਿਪਰੈਜ਼ੈਂਟ ਤਾਂ ਕਰੋਗੇ ਨਾ ਜਦੋਂ ਇਹ ਫੰਕਸ਼ਨ ਹੋਏਗਾ। ਇਫ ਦਿਸ ਇਜ਼ ਨੋਟ ਏ ਫੰਕਸ਼ਨ, ਇਹ ਫੰਕਸ਼ਨ ਹੀ ਨਹੀਂ ਬਣਦਾ ਆਪਣੇ ਕੋਲ, ਠੀਕ ਹੈ ਨਾ। ਇਸੇ ਤਰ੍ਹਾਂ ਹੀ ਆਪਣੇ ਕੋਲ ਕੁਝ ਹੋਰ ਫਿਗਰਸ ਹੈਗੇ ਨੇ, ਉਹ ਵੀ ਆਪਾਂ ਡਿਸਕਸ ਕਰ ਲਈਏ। ਅੱਧੇ ਮਿੰਟ ਦਾ ਕੰਮ ਹੈਗਾ ਸਾਰਾ, ਕੁਝ ਜ਼ਿਆਦਾ ਟਾਈਮ ਲੱਗੇਗਾ ਇਹਨਾਂ ਵਿੱਚ। ਤਾਂ ਇਸ ਤਰ੍ਹਾਂ ਕੀ ਹੈ ਕਿ ਤੁਹਾਡੇ ਸਾਰੇ ਬੇਸਿਕ ਕਨਸੈਪਟ ਸਟਰੋਂਗ ਹੋ ਜਾਣਗੇ। ਕਈ ਵਾਰੀ ਕੀ ਹੈ ਕਿ ਆਪਣੇ ਕੋਲ ਇਸ ਤਰ੍ਹਾਂ ਦੀ ਫਿਗਰ ਆ ਜਾਂਦੀ ਹੈ, ਧਿਆਨ ਨਾਲ ਦੇਖਿਓ ਇਸ ਨੂੰ, ਇਕੱਲੀ ਫਿਗਰ ਹੀ ਹੋਏਗੀ। ਫਿਗਰ ਤੋਂ ਹੀ ਆਪਾਂ ਜੱਜ ਕਰਨਾ ਹੈ ਕਿ ਇਹ ਆਪਣੇ ਕੋਲ ਫੰਕਸ਼ਨ ਬਣੇਗਾ ਕਿ ਨਹੀਂ ਬਣੇਗਾ, ਠੀਕ ਹੈ ਨਾ। ਤਾਂ ਆਪਣੇ ਕੋਲ ਕੀ ਹੈ A ਸੈਟ ਦੇ ਵਿੱਚ ਆਪਣੇ ਕੋਲ 1 2 3 4 5, B ਸੈਟ ਦੇ ਵਿੱਚ ਕੋਈ ਆਪਣੇ ਕੋਲ ਐਲੀਮੈਂਟ ਹੈਗੇ ਨੇ A B C ਕੁਛ ਵੀ ਲੈ ਲਓ, ਕੋਈ ਦਿੱਕਤ ਨਹੀਂ ਹੈ, ਠੀਕ ਹੈ। ਐਂਡ these elements are associated in this way। ਆ ਹੋ ਗਿਆ, ਆ ਹੋ ਗਿਆ, ਫਿਰ ਆਪਣੇ ਕੋਲ 2 ਵੀ ਹੋ ਗਿਆ, then we have 3 ਹੋ ਗਿਆ, 4 हो गया and this one हो गया। and this is function from A to B। this is A set and this is B set। ਆ ਆਪਣੇ ਕੋਲ F ਹੈ। ਹੁਣ ਇਸ ਡਾਇਗਰਾਮ ਨੂੰ ਆਪਾਂ ਦੇਖ ਕੇ ਕਿਵੇਂ ਪਤਾ ਲੱਗੂਗਾ ਕਿ ਇਹ ਆਪਣੇ ਕੋਲ ਫੰਕਸ਼ਨ ਹੈ ਜਾਂ ਨਹੀਂ। ਡੈਫੀਨੇਸ਼ਨ ਧਿਆਨ ਦੇ ਵਿੱਚ ਹੈਗੀ ਤਾਂ ਕੋਈ ਦਿੱਕਤ ਨਹੀਂ ਆਏਗੀ।
ਡੈਫੀਨੇਸ਼ਨ ਕੀ ਹੈ? ਈਚ ਐਲੀਮੈਂਟ ਆਫ A ਮਸਟ ਬੀ ਯੂਨੀਕਲੀ ਐਸੋਸੀਏਟਡ ਵਿਦ ਦ ਐਲੀਮੈਂਟ ਆਫ B। A ਦੇ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹ ਸਾਰੇ B ਦੇ ਐਲੀਮੈਂਟ ਨਾਲ ਯੂਨੀਕਲੀ ਐਸੋਸੀਏਟਡ ਹੋਣਾ ਚਾਹੀਦਾ ਹੈ। ਮਤਲਬ ਇੱਕ ਇਨਪੁਟ ਦਿੰਦੇ ਹਾਂ ਤਾਂ ਇੱਕ ਆਊਟਪੁੱਟ ਆਪਣੇ ਕੋਲ ਆਉਂਦੀ ਹੈ। ਕਲੀਅਰ? ਇਹੀ ਮਤਲਬ ਹੋਇਆ ਨਾ ਕਿ ਜਦੋਂ ਆਪਾਂ ਇੱਕ ਇਨਪੁਟ ਦਿੰਦੇ ਹਾਂ ਤਾਂ ਇੱਕ ਆਊਟਪੁੱਟ ਆਪਣੇ ਕੋਲ ਆਊਗੀ। ਇਸ ਦੀ ਆਪਣੇ ਕੋਲ ਇੱਕੋ ਹੀ ਆਊਟਪੁੱਟ ਹੈਗੀ ਹੈ D। 4 ਦੀ ਵੀ ਆਪਣੇ ਕੋਲ ਇੱਕੋ ਹੀ ਆਊਟਪੁੱਟ ਹੈਗੀ ਹੈ D। ਆ ਵੀ ਆਪਣੇ ਕੋਲ ਯੂਨੀਕਲੀ ਐਸੋਸੀਏਟਡ ਹੈਗਾ। ਜਿਹੜਾ 3 ਐਲੀਮੈਂਟ ਹੈਗਾ ਆ ਵੀ ਆਪਣੇ ਕੋਲ ਯੂਨੀਕਲੀ ਐਸੋਸੀਏਟਡ ਹੈਗਾ। ਜਿਹੜਾ 2 ਹੈਗਾ ਇਹ ਵੀ ਆਪਣੇ ਕੋਲ ਯੂਨੀਕਲੀ ਐਸੋਸੀਏਟਡ ਹੈਗਾ। 2 ਇਨਪੁਟ ਕਰਾਂਗੇ ਤਾਂ B ਆਪਣੇ ਕੋਲ ਆਊਟਪੁੱਟ ਆ ਰਹੀ ਹੈ। ਲੇਕਿਨ ਜਿਹੜਾ 1 ਹੈਗਾ 1 C ਐਟ ਦਿਸ ਪੁਆਇੰਟ, ਜਦੋਂ 1 ਆਪਾਂ ਇਨਪੁਟ ਦੇ ਰਹੇ ਹਾਂ ਫੰਕਸ਼ਨ ਦੇ ਵਿੱਚ ਤਾਂ ਆਪਣੇ ਕੋਲ ਆਊਟਪੁੱਟ 2 ਆ ਰਹੀਆਂ ਨੇ, ਤਾਂ ਇਹ ਤਾਂ ਆਪਣੇ ਕੋਲ ਯੂਨੀਕਲੀ ਐਸੋਸੀਏਟਡ ਹੋਇਆ ਹੀ ਨਹੀਂ ਨਾ। ਸੋ ਇਨ ਦਿਸ ਕੇਸ ਜਦੋਂ ਆਪਣੇ ਕੋਲ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਫੇਲ ਹੁੰਦੀ ਹੈ ਜਿੱਥੇ ਯੂਨੀਕਲੀ ਐਸੋਸੀਏਟਡ ਨਹੀਂ ਹੈ, ਉਸ ਕੇਸ ਦੇ ਵਿੱਚ ਉਹ ਆਪਣੇ ਕੋਲ ਫੰਕਸ਼ਨ ਨਹੀਂ ਹੋਏਗਾ। ਇਹ ਵੀ ਆਪਣੇ ਕੋਲ ਫੰਕਸ਼ਨ ਨਹੀਂ ਹੋਇਆ। ਨਾਓ ਸੀ ਵਨ ਮੋਰ ਐਗਜ਼ਾਮਪਲ। ਸਪੋਜ਼ ਇੱਕ ਸੈਟ ਆਪਣੇ ਕੋਲ ਆ ਹੈਗਾ, ਦੂਸਰਾ ਆਪਣੇ ਕੋਲ ਆ ਹੋ ਗਿਆ ਹੈ ਨਾ, and we have these are the functions, and this is A set, this is B set। okay, A set ਦੇ ਵਿੱਚ ਐਲੀਮੈਂਟ ਤੁਸੀਂ ਕੁਛ ਵੀ ਲੈ ਲਓ, ਚਲੋ ਆਪਾਂ ਕੰਸੈਪਟ ਕਲੀਅਰ ਕਰਨਾ ਹੈ। 4 and 5। B ਦੇ ਵਿੱਚ ਆਪਾਂ ਲੈ ਲਿਆ 2 ਆ ਗਿਆ, 4 ਆ ਗਿਆ, 5 ਆ ਗਿਆ, 6 ਆ ਗਿਆ, 7 ਆ ਗਿਆ, 10 ਆ ਗਿਆ। ਇਸ ਦੇ ਵਿੱਚ ਕੀ ਹੈ ਕਿ ਆਪਣੇ ਕੋਲ 1 ਦਾ 2 ਨਾਲ ਹੋ ਗਿਆ, 2 ਦਾ 4 ਨਾਲ ਹੋ ਗਿਆ, 3 ਦਾ 6 ਨਾਲ ਕਰ ਦਿਓ, 4 ਦਾ 5 ਨਾਲ ਕਰ ਦਿਓ, 5 ਦਾ 7 ਨਾਲ ਹੋ ਗਿਆ। ਕੀ ਇਹ ਆਪਣੇ ਕੋਲ ਫੰਕਸ਼ਨ ਬਣਦਾ ਹੈ? ਤਾਂ ਡੈਫੀਨੇਸ਼ਨ ਨੂੰ ਫੋਲੋ ਕਰੋ। ਕੀ ਆਪਣੇ ਕੋਲ ਇਹ ਯੂਨੀਕਲੀ ਐਸੋਸੀਏਟਡ ਹੈ? ਚੈੱਕ ਕਰਨਾ ਪਊਗਾ ਆਪਾਂ ਨੂੰ। ਜੇ ਯੂਨੀਕਲੀ ਐਸੋਸੀਏਟਡ ਫੰਕਸ਼ਨ ਹੋਇਆ ਤਾਂ ਨੈਚੁਰਲੀ ਕੀ ਹੋਏਗਾ? ਇਹ ਆਪਣੇ ਕੋਲ ਫੰਕਸ਼ਨ ਬਣੇਗਾ, ਅਦਰਵਾਈਜ਼ ਨਹੀਂ ਬਣੇਗਾ। ਸਿੰਪਲ ਜੀ ਗੱਲ। 1 ਜਿਹੜਾ ਹੈ ਉਹ ਆਪਣੇ ਕੋਲ 2 ਦੇ ਨਾਲ ਐਸੋਸੀਏਟ ਹੈਗਾ, ਇੱਕ ਐਲੀਮੈਂਟ ਇੱਕ ਦੇ ਨਾਲ। 2 ਐਲੀਮੈਂਟ 4 ਦੇ ਨਾਲ ਐਸੋਸੀਏਟ ਹੈਗਾ, ਇੱਕ ਐਲੀਮੈਂਟ ਇੱਕ ਦੇ ਨਾਲ ਹੋ ਗਿਆ, ਠੀਕ ਹੈ। 3 ਦੇ ਨਾਲ ਹੋ ਗਿਆ, ਆ ਵੀ ਠੀਕ ਹੈ। 4 5 ਦੇ ਨਾਲ ਹੋ ਗਿਆ, ਆ ਵੀ ਠੀਕ ਹੈ। 5 7 ਦੇ ਨਾਲ ਹੋਇਆ, ਮਤਲਬ ਇਹਦੇ ਜਿਹੜੇ ਐਲੀਮੈਂਟ ਹੈਗੇ ਨੇ ਸਾਰੇ ਉਹ B ਦੇ ਐਲੀਮੈਂਟ ਦੇ ਨਾਲ ਯੂਨੀਕਲੀ ਐਸੋਸੀਏਟਡ ਹੈ। ਆ ਕਿੱਥੇ ਜਾਊਗਾ? ਜਿਹੜਾ 10 ਬਚ ਗਿਆ B ਸੈੱਟ ਦੇ ਵਿੱਚ, ਕੋਈ ਦਿੱਕਤ ਨਹੀਂ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੱਥੇ ਕੋਈ ਐਲੀਮੈਂਟ ਬਚ ਗਿਆ, ਇੱਕ ਬਚਦਾ ਹੈ, 2 ਆਉਂਦੇ ਨੇ, 4 ਆਉਂਦੇ ਨੇ, 5 ਆਉਂਦੇ ਨੇ, ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਲੇਕਿਨ ਇਸ ਸੈੱਟ ਦੇ ਵਿੱਚ ਜਿਹੜੇ ਐਲੀਮੈਂਟ ਹੈਗੇ ਨੇ ਉਹ B ਦੇ ਐਲੀਮੈਂਟ ਦੇ ਨਾਲ ਯੂਨੀਕਲੀ ਐਸੋਸੀਏਟਡ ਹੋਣਾ ਚਾਹੀਦਾ ਹੈ। ਓਨਲੀ ਦੈਨ ਦਿਸ ਵਿਲ ਬੀ ਫੰਕਸ਼ਨ। ਆ ਵੀ ਆਪਣੇ ਕੋਲ ਫੰਕਸ਼ਨ ਬਣਦਾ ਹੈ। ਓਕੇ, ਹੁਣ ਤੁਸੀਂ ਆ ਜਾਓ, ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ। See this one and this will help you to understand more about the functions। ਇੱਥੇ ਆਪਣੇ ਕੋਲ ਆ A to B ਹੋ ਗਿਆ। ਓਕੇ, this is A to B। ਆ ਆਪਣੇ ਕੋਲ A ਸੈੱਟ ਹੋ ਗਿਆ, ਇਹ ਆਪਣੇ ਕੋਲ B ਸੈੱਟ ਹੋ ਗਿਆ। ਇਸ ਦੇ ਵਿੱਚ ਆਪਣੇ ਕੋਲ ਇੱਕੋ ਹੀ ਐਲੀਮੈਂਟ ਹੈਗਾ, ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਐਲੀਮੈਂਟ ਹੋਣ, ਜਿੰਨੇ ਮਰਜ਼ੀ ਆ ਜਾਣ, ਠੀਕ ਹੈ ਨਾ। ਆਪਾਂ ਇਹਦੇ ਵਿੱਚ 6 ਐਲੀਮੈਂਟ ਲੈ ਲਏ ਐਂਡ all these elements are associated with C। ਇਸ ਤਰ੍ਹਾਂ ਸਾਰੇ ਕੀ ਹੈਗੇ ਨੇ? C ਦੇ ਨਾਲ ਐਸੋਸੀਏਟਡ ਹੈਗੇ ਨੇ। C at this point। So all the element of A are uniquely associated with the element of B। ਤੇ ਉਹ ਆਪਣੇ ਕੋਲ ਇੱਥੇ ਇੱਕੋ ਹੀ ਐਲੀਮੈਂਟ ਬਣਦਾ ਹੈ। This is only one element। So this is also a function। ਇਹ ਵੀ ਆਪਣੇ ਕੋਲ ਇੱਕ ਫੰਕਸ਼ਨ ਬਣੇਗਾ। ਤੇ ਇਸ ਪ੍ਰਕਾਰ ਦਾ ਜਿਹੜਾ ਫੰਕਸ਼ਨ ਆਏਗਾ
that will be always constant function। ਇਸ ਨੂੰ ਆਪਾਂ constant function ਕਹਿੰਦੇ ਹਾਂ। ਇਹ ਆਪਾਂ ਹੁਣ ਅੱਗੇ ਡੈਫੀਨੇਸ਼ਨਸ ਜਦੋਂ ਇਹਨਾਂ ਦੀ ਕਰਾਂਗੇ ਡਿਫਰੈਂਟ ਟਾਈਪ ਉਹਨਾਂ ਵਿੱਚ ਆਉਣਗੇ ਆਪਣੇ ਕੋਲ। ਕਲੀਅਰ? ਤਾਂ ਇਹ ਤਾਂ ਹੋ ਗਿਆ ਆਪਣੇ ਕੋਲ ਕੁਝ ਫਿਗਰਸ, ਇੰਪੋਰਟੈਂਟ ਫਿਗਰਸ ਜਿਨ੍ਹਾਂ ਨੂੰ ਦੇਖ ਕੇ ਆਪਾਂ ਜਜਮੈਂਟ ਕਰ ਸਕਦੇ ਹਾਂ ਕਿ ਇਹ ਆਪਣੇ ਕੋਲ ਫੰਕਸ਼ਨ ਬਣੇਗਾ ਜਾਂ ਨਹੀਂ ਬਣੇਗਾ। ਫਿਗਰ ਤੋਂ ਹੀ ਆਪਾਂ ਰਿਕੋਗਨਾਈਜ਼ ਕਰ ਸਕਦੇ ਹਾਂ। ਤੇ ਇੱਕ ਗੱਲ ਹੋ ਰਹੀ ਹੈ, ਇਸ ਪ੍ਰਕਾਰ ਦੇ ਕੁਐਸਚਨਸ ਜਿਹੜੇ ਹੈਗੇ ਨੇ ਜਿਹੜੇ ਤੁਸੀਂ ਕੰਪੀਟੀਟਿਵ ਐਗਜ਼ਾਮ ਦਿੰਦੇ ਹੋ ਉਹਨਾਂ ਦੇ ਵਿੱਚ ਇਸ ਪ੍ਰਕਾਰ ਦੀਆਂ ਫਿਗਰਸ ਪੁੱਛੀ ਜਾਂਦੀਆਂ ਨੇ ਕਿ ਇਹ ਆਪਣੇ ਕੋਲ ਫੰਕਸ਼ਨ ਬਣੇਗਾ ਕਿ ਨਹੀਂ ਬਣੇਗਾ। ਓਕੇ, ਚਲੋ ਹੁਣ ਕੀ ਹੈ ਕਿ ਆਪਣੇ ਕੋਲ ਸਭ ਤੋਂ ਪਹਿਲਾਂ ਇੱਕ ਇੰਪੋਰਟੈਂਟ ਡੈਫੀਨੇਸ਼ਨ ਆਉਂਦੀ ਹੈ ਵਨ ਫੰਕਸ਼ਨ। ਵਨ ਫੰਕਸ਼ਨ ਕਿਹੜਾ ਹੁੰਦਾ ਹੈ? ਨੋਟ ਦਿਸ ਪੁਆਇੰਟ, ਵਨ ਫੰਕਸ਼ਨ। ਓਕੇ, ਇਸ ਨੂੰ ਆਪਾਂ ਇੰਜੈਕਟਿਵ ਫੰਕਸ਼ਨ ਵੀ ਬੋਲ ਦਿੰਦੇ ਹਾਂ। ਇੰਜੈਕਟਿਵ ਫੰਕਸ਼ਨ। ਓਕੇ, ਵਨ ਫੰਕਸ਼ਨ ਜਾਂ ਇੰਜੈਕਟਿਵ ਫੰਕਸ਼ਨ ਹੁੰਦਾ ਕੀ ਹੈ? ਜਦੋਂ ਆਪਣੇ ਕੋਲ ਇਹ ਕੋਈ ਦੋ ਸੈੱਟ ਹੈਗੇ ਨੇ, ਠੀਕ ਹੈ, ਪਹਿਲਾਂ ਤਾਂ ਆਪਾਂ ਡਾਇਗਰਾਮ ਵਿੱਚ ਸਮਝਦੇ ਹਾਂ। A to B ਆਪਣੇ ਕੋਲ ਇੱਕ ਫੰਕਸ਼ਨ ਹੈਗਾ। ਇਸ ਨੂੰ ਤੁਸੀਂ x ਦੇ ਨਾਲ ਡੋਂਟ ਕਰੋ। ਸਪੋਜ਼ ਦੈਟ ਦਿਸ ਇਜ਼ x ਐਂਡ ਦਿਸ ਇਜ਼ y ਐਂਡ f ਇਜ਼ ਏ ਫੰਕਸ਼ਨ ਫਰੋਮ x to y। ਇਸ ਦੇ ਵਿੱਚ ਆਪਣੇ ਕੋਲ A B C D ਕੁਛ ਆਪਣੇ ਕੋਲ ਐਲੀਮੈਂਟ ਹੈਗੇ ਨੇ। ਇੱਧਰ ਵੀ ਆਪਣੇ ਕੋਲ ਕੁਛ ਐਲੀਮੈਂਟ ਹੈਗੇ ਨੇ 1 2 3 4 5। ਠੀਕ, ਤਾਂ ਕੀ ਹੈ ਆਪਣੇ ਕੋਲ ਆ ਐਲੀਮੈਂਟ ਇੱਧਰ ਐਸੋਸੀਏਟ ਹੋ ਗਿਆ, ਆ ਵੀ ਆਪਣੇ ਕੋਲ ਇੱਧਰ ਐਸੋਸੀਏਟ ਹੋ ਗਿਆ, ਆ ਵੀ ਇੱਧਰ ਐਸੋਸੀਏਟ ਹੋ ਗਿਆ, ਆ ਵੀ ਐਸੋਸੀਏਟ ਹੋ ਗਿਆ, ਆ ਵੀ ਆਪਣੇ ਕੋਲ ਐਸੋਸੀਏਟ ਹੋ ਗਿਆ। ਓਕੇ, ਤੇ ਸਪੋਜ਼ ਦੈਟ ਇੱਥੇ ਕੀ ਹੈ ਕਿ ਆਪਣੇ ਕੋਲ ਇੱਕ ਅੱਧਾ ਕੋਈ ਐਲੀਮੈਂਟ ਜੇ 7 ਹੈ ਤਾਂ ਉਹ ਆਪਣੇ ਕੋਲ ਬਚ ਗਿਆ। ਤਾਂ ਜਦੋਂ ਆਪਣੇ ਕੋਲ ਇੱਕ ਐਲੀਮੈਂਟ ਦੇ ਨਾਲ ਐਸੋਸੀਏਟ ਹੁੰਦਾ ਹੈ ਤੇ ਉਹ ਜਿਨ੍ਹਾਂ ਨਾਲ ਐਸੋਸੀਏਟ ਹੋ ਰਿਹਾ ਉਹ ਸਾਰੇ ਐਲੀਮੈਂਟ ਕੀ ਹੋਣ? ਡਿਫਰੈਂਟ ਹੋਣ। ਠੀਕ ਹੈ ਨਾ? ਜਿਹੜਾ ਵਾਈ ਦੇ ਵਿੱਚ ਜਿਹੜੇ ਐਲੀਮੈਂਟ ਆ ਰਹੇ ਨੇ ਉਹ ਸਾਰੇ ਡਿਫਰੈਂਟ ਐਲੀਮੈਂਟ ਦੇ ਨਾਲ ਐਸੋਸੀਏਟ ਹੋਣਾ ਚਾਹੀਦਾ ਹੈ। ਫੰਕਸ਼ਨ ਤਾਂ ਹੀ ਬਣੇਗਾ ਜਦੋਂ ਆਪਾਂ ਇਨਪੁਟ ਦੇ ਰਹੇ ਹਾਂ। ਇਹ ਐਕਸ ਦੇ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹ ਸਾਰੇ ਵਾਈ ਦੇ ਨਾਲ ਐਸੋਸੀਏਟ ਹੋਣੇ ਚਾਹੀਦੇ ਨੇ। ਉਹ ਤਾਂ ਆਪਾਂ ਨੂੰ ਡਾਇਗਰਾਮ ਤੋਂ ਸਿੱਧਾ ਕਲੀਅਰ ਹੋ ਰਿਹਾ। ਦੂਸਰੀ ਗੱਲ ਕਿ ਐਕਸ ਦੇ ਜਿਹੜੇ ਐਲੀਮੈਂਟ ਡਿਫਰੈਂਟ ਹੈਗੇ ਨੇ ਤਾਂ ਵਾਈ ਦੇ ਐਲੀਮੈਂਟ ਵੀ ਆਪਣੇ ਕੋਲ ਡਿਫਰੈਂਟ ਹੋਣੇ ਚਾਹੀਦੇ ਨੇ। ਉਸ ਕੇਸ ਦੇ ਵਿੱਚ ਕੀ ਹੋਏਗਾ? ਜਿਹੜਾ ਫੰਕਸ਼ਨ ਹੋਏਗਾ ਉਹ ਵਨ ਹੋਏਗਾ। ਠੀਕ ਹੈ, ਹੁਣ ਦੇਖੋ ਇਹ ਜਿਹੜੀਆਂ ਵੈਲਿਊਜ਼ ਹੈਗੀਆਂ ਨੇ ਐਕਸ ਸੈੱਟ ਦੇ ਵਿੱਚ, ਇਹ ਆਪਣੇ ਕੋਲ ਐਕਸ ਦੀਆਂ ਵੈਲਿਊਜ਼ ਹੈਗੀਆਂ ਨੇ। ਐਕਸ ਇਜ਼ ਇਕੁਅਲ ਟੂ ਏ ਹੋ ਗਿਆ, ਐਕਸ ਇਜ਼ ਇਕੁਅਲ ਟੂ ਬੀ ਹੋ ਗਿਆ। ਠੀਕ ਹੈ ਨਾ? ਤਾਂ ਇਹ ਆਪਾਂ ਜਦੋਂ ਫੰਕਸ਼ਨ ਦੇ ਵਿੱਚ ਪੁੱਟ ਕਰਾਂਗੇ ਤਾਂ ਆਪਾਂ ਵਾਈ ਦੀ ਵੈਲਿਊ ਬਣਦੀ ਹੈ ਵਾਈ ਇਜ਼ ਇਕੁਅਲ ਟੂ ਐਫ ਐਕਸ। ਐਫ ਏ ਪੁੱਟ ਕੀਤਾ ਤੇ ਏ ਦੀ ਵੈਲਿਊ ਜਿਹੜੀ ਹੈ ਆਪਣੇ ਕੋਲ ਉਹ 1 ਹੈਗੀ ਹੈ। ਵਾਈ ਇਜ਼ ਇਕੁਅਲ ਟੂ ਬੀ ਪੁੱਟ ਕੀਤਾ, ਠੀਕ ਹੈ ਨਾ? ਤਾਂ ਉਹ ਵਾਈ ਦੀ ਵੈਲਿਊ ਆਏਗੀ। ਪੁੱਟ ਕਿਸ ਦੇ ਵਿੱਚ ਕਰਾਂਗੇ? ਫੰਕਸ਼ਨ ਦੇ ਵਿੱਚ ਪੁੱਟ ਕਰਾਂਗੇ। ਠੀਕ ਹੈ ਨਾ? ਤਾਂ ਜਦੋਂ ਬੀ ਲੈਂਦੇ ਹਾਂ ਤਾਂ ਉਦੋਂ ਆਪਣੇ ਕੋਲ ਕਿੰਨਾ ਆਉਂਦਾ? 2 ਆਉਂਦਾ ਪਿਆ। ਤਾਂ ਇਸ ਵਿੱਚ ਕੀ ਹੈ ਕਿ ਜਦੋਂ ਐਕਸ ਇਕੁਅਲ ਟੂ ਏ ਹੈਗਾ ਤਾਂ ਵਾਈ ਦੀ ਵੈਲਿਊ 1 ਬਣਦੀ ਹੈ, ਐਕਸ ਦੀ ਵੈਲਿਊ ਬੀ ਹੈ ਤਾਂ ਵਾਈ ਦੀ ਵੈਲਿਊ 2 ਬਣਦੀ ਹੈ। ਤਾਂ ਐਕਸ ਦੀਆਂ ਡਿਫਰੈਂਟ ਵੈਲਿਊ ਵਾਸਤੇ ਵਾਈ ਦੀਆਂ ਵੈਲਿਊਜ਼ ਡਿਫਰੈਂਟ ਆ ਰਹੀਆਂ ਨੇ। ਠੀਕ ਹੈ ਨਾ? ਤਾਂ ਉਸ ਕੇਸ ਦੇ ਵਿੱਚ ਇਹ 1 ਹੋਏਗਾ। ਹੁਣ ਆਪਾਂ ਇਸ ਦੇ ਵਿੱਚ ਡੈਫੀਨੇਸ਼ਨ ਇਸ ਨੂੰ ਆਪਾਂ ਡਿਫਾਈਨ ਕਿਵੇਂ ਕਰਾਂਗੇ? ਡੈਫੀਨੇਸ਼ਨ ਇਸ ਦੀ ਕੀ ਬਣੂਗੀ? ਹੁਣ ਆਪਾਂ ਡੈਫੀਨੇਸ਼ਨ 'ਤੇ ਗੱਲ ਕਰਨੇ ਆ। ਹੁਣ ਦੇਖੋ, ਜਦੋਂ ਆਪਣੇ ਕੋਲ ਐਕਸ ਏ ਅਤੇ ਬੀ, ਏ ਅਤੇ ਬੀ ਇਕੁਅਲ ਨਹੀਂ ਹੈਗੇ ਤਾਂ ਜਿਹੜਾ ਆਪਣੇ ਕੋਲ ਐਫ ਏ ਅਤੇ ਐਫ ਬੀ ਜਿਹੜੀਆਂ ਆਪਣੇ ਕੋਲ ਇਮੇਜਸ ਆਉਂਦੀਆਂ ਨੇ ਉਹ ਵੀ ਆਪਣੇ ਕੋਲ ਇਕੁਅਲ ਨਹੀਂ ਹੈਗੀਆਂ। ਠੀਕ ਹੈ ਨਾ? ਜੇ ਏ ਅਤੇ ਬੀ ਐਲੀਮੈਂਟ ਡਿਫਰੈਂਟ ਹੈਗੇ ਨੇ ਤਾਂ ਉਹਨਾਂ ਦੀ ਇਮੇਜਸ ਜਿਹੜੀ ਬਣੀਆਂ ਨੇ ਏ ਵਾਲਾ ਜਿਹੜੀ ਆਪਾਂ ਵੈਲਿਊਜ਼ ਕੱਢੀਆਂ ਨੇ ਦੀਜ਼ ਵੈਲਿਊਜ਼ ਆਰ ਨੋਨ ਐਜ਼ ਇਮੇਜਸ, ਤਾਂ ਉਹ ਵੀ ਆਪਣੇ ਕੋਲ ਡਿਫਰੈਂਟ ਹੈਗੀਆਂ ਨੇ। ਤਾਂ ਇੱਥੋਂ ਹੁਣ ਆਪਣੇ ਕੋਲ ਡੈਫੀਨੇਸ਼ਨ ਬਣਦੀ ਹੈ। ਉਹ ਡੈਫੀਨੇਸ਼ਨ ਕੀ ਬਣਦੀ ਹੈ ਕਿ x1 a function is a function f from x to y
is said to be is said to be 1 1 if and only if ਆ ਜਿਹੜਾ ਸਿੰਬਲ ਆਂਦਾ ਨਾ ਇਸ ਨੂੰ ਆਪਾਂ if and only if ਬੋਲਨੇ ਹਾਂ I double F ਜੇ ਆਪਣੇ ਕੋਲ A not equal to B implies sorry FA1 this is FA not equal to FB ਆਂਦਾ ਹੋਵੇ for all A B belongs to X ਇਸ ਦਾ ਕੀ ਮਤਲਬ ਹੋਏਗਾ X ਦੇ ਵਿੱਚੋਂ ਤੁਸੀਂ ਕੋਈ ਵੀ ਦੋ ਐਲੀਮੈਂਟ ਲੈਂਦੇ ਹੋ ਆਪਾਂ ਇੱਥੇ A ਤੇ B ਦੀ ਗੱਲ ਕਰ ਰਹੇ ਹਾਂ ਹੁਣ ਇਸ ਦੇ ਵਿੱਚ X ਦੇ ਵਿੱਚ ਤਾਂ ਬਹੁਤ ਸਾਰੇ ਐਲੀਮੈਂਟ ਹੈਗੇ ਨੇ A ਦੀ ਵੈਲਿਊ ਵੀ ਕੁਝ ਵੀ ਹੋ ਸਕਦੀ ਹੈ B ਦੀ ਵੈਲਿਊ ਵੀ ਕੁਝ ਵੀ ਹੋ ਸਕਦੀ ਹੈ ਠੀਕ ਹੈ ਨਾ ਤੇ ਜੇ ਜਿਹੜੇ ਆਪਾਂ ਦੋ ਐਲੀਮੈਂਟ ਲੈ ਰਹੇ ਹਾਂ ਐਨੀ ਟੂ ਐਲੀਮੈਂਟ ਜੋ ਕਿ ਇਕੁਅਲ ਨਹੀਂ ਹੈ ਤਾਂ ਉਹਨਾਂ ਦੀ ਇਮੇਜ ਵੀ ਜੇ ਆਪਣੇ ਕੋਲ ਇਕੁਅਲ ਨਹੀਂ ਬਣਦੀ for all AB belongs to X then we can say the given function is 1 1 और दूसरे तरीके ਨਾਲ ਆਪਾਂ ਆ ਵੀ ਲਿਖ ਸਕਦੇ ਹਾਂ ਕਿ ਜੇ ਆਪਣੇ ਕੋਲ ਇਮੇजेस FA is equal to FB ਹੋਵੇ ਕੋਈ ਵੀ ਦੋ ਐਲੀਮੈਂਟ ਆਪਾਂ ਲਿੱਤੇ ਕਿਸ ਦੇ ਵਿੱਚੋਂ Y ਦੇ ਵਿੱਚੋਂ ਇਧਰੋਂ ਲੈਣੇ ਨੇ ਇਹਦੇ ਵਿੱਚ ਜਿਹੜੇ ਐਲੀਮੈਂਟ ਹੋਣਗੇ ਉਹ FA ਅਤੇ FB ਹੋਣਗੇ ਠੀਕ ਹੈ ਨਾ ਕੋਈ ਵੀ ਦੋ ਐਲੀਮੈਂਟ ਜੋ ਕਿ F ਦੇ ਅੰਡਰ X ਡੋਮੇਨ ਦੀਆਂ ਮੈਪਿੰਗਸ ਹੈਗੀਆਂ ਨੇ ਜੇ ਆਪਣੇ ਕੋਲ FA is equal to FB ਹੈਗਾ this implies A is equal to B for all AB belongs to X X ਦੇ ਵਿੱਚ ਜਿੰਨੇ ਵੀ ਐਲੀਮੈਂਟ ਬਿਲੋਂਗ ਕਰਦੇ ਨੇ ਉਸ ਵਿੱਚੋਂ ਜੇ ਕੋਈ ਆਪਾਂ ਦੋ ਐਲੀਮੈਂਟ ਲੈਣੇ ਹਾਂ ਇੱਕ ਆਪਾਂ ਐਲੀਮੈਂਟ ਲਿੱਤਾ A ਦੂਸਰਾ ਐਲੀਮੈਂਟ ਲਿੱਤਾ ਆਪਾਂ B ਠੀਕ ਹੈ ਨਾ A ਅਤੇ B ਆ ਆਪਾਂ ਦੋ ਐਲੀਮੈਂਟ ਚੂਜ਼ ਕੀਤੇ ਤਾਂ ਜਿਹੜਾ A ਐਲੀਮੈਂਟ ਹੈਗਾ ਇਸ ਦੀ ਇਮੇਜ ਬਣਦੀ ਹੈ FA ਤੇ ਜਿਹੜਾ B ਐਲੀਮੈਂਟ ਹੋਏਗਾ ਉਸ ਦੀ ਇਮੇਜ ਬਣੂਗੀ FB ਜੇ ਆਪਣੇ ਕੋਲ ਇਹ ਦੋ ਐਲੀਮੈਂਟ ਜਿਹੜੇ ਕਿ Y ਦੇ ਐਲੀਮੈਂਟ ਬਣਦੇ ਨੇ ਇਹਨਾਂ ਦੀ ਜੇ ਇਮੇजेस ਇਕੁਅਲ ਹੈਗੀਆਂ ਨੇ ਤਾਂ ਆਪਣੇ ਕੋਲ ਜਿਹੜੀਆਂ ਆਪਾਂ ਇਨਪੁਟ ਦਿੱਤੀਆਂ ਨੇ ਉਹ ਵੀ ਆਪਣੇ ਕੋਲ ਇਕੁਅਲ ਹੋਣੇ ਚਾਹੀਦੇ ਨੇ ਜੇ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰ ਜਾਂਦਾ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਫੰਕਸ਼ਨ ਹੋਏਗਾ ਉਹ ਆਪਣੇ ਕੋਲ 1 1 ਹੋਏਗਾ ਅਦਰਵਾਈਜ਼ ਨਹੀਂ ਹੋਏਗਾ ਕਲੀਅਰ ਤਾਂ ਇਹ ਹੈਗੀ ਆਪਣੇ ਕੋਲ 1 1 ਦੀ ਡੈਫੀਨੇਸ਼ਨ ਆਪਾਂ ਇੱਕ ਇੱਥੇ एग्जाम्पल डिस्कस करने हाँ 1 1 दी है ना सपोज दैट fx इज इक्वल टू तुसी इत्थे की करोगे आप एक फंक्शन लेने हाँ fx इज इक्वल टू आप एक फंक्शन ले लिया सिंपल जी एग्जाम्पल मैं इत्थे ले रहा ये है अपन कोल सपोज दैट x -2 आ फंक्शन ले लिया एंड f इज ए फंक्शन फ्रॉम रियल नंबर टू रियल नंबर ठीक है ना ये अपना फंक्शन है प्रूव दैट दिस इज 1 1 प्रूव दैट f is 1 1 ਇਸ ਨੂੰ ਜੇ ਆਪਾਂ ਪ੍ਰੂਫ ਕਰਾਂਗੇ ਕਿ ਇਹ ਆਪਣੇ ਕੋਲ 1 1 ਹੈ ਜਾਂ ਨਹੀਂ ਆਪਾਂ ਕੀ ਕਰਾਂਗੇ let x1 and x2 belongs to R ਜਿਹੜਾ ਆਪਣੇ ਕੋਲ ਆ ਵਾਲਾ ਸੈੱਟ ਹੈ ਪਹਿਲੇ ਵਾਲਾ ਉਹਦੇ ਵਿੱਚ ਆਪਾਂ ਦੋ ਐਲੀਮੈਂਟ ਲਿੱਤੇ ਤਾਂ ਮੈਂ ਡਾਇਗਰਾਮ ਇੱਥੇ ਡਰਾ ਕਰ ਦੇਣਾ ਤਾਂ ਜੋ ਤੁਹਾਨੂੰ ਹੋਰ ਵੀ ਜ਼ਿਆਦਾ ਆਸਾਨ ਰਹੇਗਾ ਕਿਉਂਕਿ ਡਾਇਗਰਾਮ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਹਨਾ ਕਿਹੜਾ ਐਲੀਮੈਂਟ ਕਿੱਥੇ ਚਲਾ ਗਿਆ ਕਿਵੇਂ ਕਿਵੇਂ ਆਪਾਂ ਕਰ ਰਹੇ ਹਾਂ ਤੇ ਡਾਇਗਰਾਮ ਦੇ ਨਾਲ ਹੀ ਕਨਸੈਪਟ ਬਹੁਤ ਵਧੀਆ ਕਲੀਅਰ ਹੁੰਦੇ ਨੇ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਡਾਇਗਰਾਮ ਬਣਾ ਕੇ ਸਮਝਾਇਆ ਜਾਵੇ ਤੁਹਾਨੂੰ आ ए हो गया सॉरी दिस इज आर रियल नंबर टू रियल नंबर आ भी आर है तो आ भी आर है तो आ अपन को एफ फंक्शन है तो इस की है कि आप दो एलीमेंट लेते x1 और x2 तो इसकी जी मैपिंग होएगी इधरले वो की बनूगी fx1 तो आ की बनूगा अपन को fx2 एवं होएगा ना
ਤਾਂ ਆਪਾਂ ਕੀ ਕਰਾਂਗੇ, ਜਿਹੜਾ ਫੰਕਸ਼ਨ ਆਪਾਂ ਨੂੰ ਦਿੱਤਾ ਹੋਇਆ ਉਹ ਆਪਾਂ ਨੂੰ ਆ ਦਿੱਤਾ ਹੋਇਆ f(x) = ਦਿਸ ਵਨ। ਜਦੋਂ ਤੁਸੀਂ ਇਹਦੇ 'ਚ x1 ਪੁੱਟ ਕਰੋਗੇ ਤੁਹਾਡੇ ਕੋਲ ਕੀ ਆਏਗਾ, x1 - 2, ਤੇ ਜਦੋਂ ਤੁਸੀਂ ਪੁੱਟ ਕਰੋਗੇ ਇਸ ਦੇ ਵਿੱਚ x2 ਤਾਂ ਇਹ ਤੁਹਾਡਾ ਕੀ ਬਣ ਜਾਊਗਾ, x2 - 2। ਓਕੇ, ਇਹ ਤੁਹਾਡੇ ਕੋਲ ਆ ਜਾਣਗੇ। ਉਸ ਤੋਂ ਬਾਅਦ ਕੀ ਹੈ ਕਿ ਜੇ ਆਪਣੇ ਕੋਲ ਉਸ ਤੋਂ ਬਾਅਦ ਕੰਡੀਸ਼ਨ ਅਪਲਾਈ ਕਰਾਂਗੇ ਆਪਾਂ, ਠੀਕ ਹੈ ਨਾ, ਜਿਹੜੀ ਕਿ ਆਪਾਂ ਇਸ ਤੋਂ ਪਹਿਲੇ ਵਾਲੇ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ। ਕੰਡੀਸ਼ਨ ਕੀ ਸੀਗੀ ਆਪਣੇ ਕੋਲ, ਦਿਸ ਇਜ਼ ਦਾ ਕੰਡੀਸ਼ਨ, ਆਹ ਵਾਲੀ ਕੰਡੀਸ਼ਨ ਆਪਾਂ ਅਪਲਾਈ ਕਰ ਦਿੰਦੇ ਹਾਂ, ਹੈ ਨਾ। ਤੇ ਜਦੋਂ ਆਪਾਂ ਇਹ ਕੰਡੀਸ਼ਨ ਅਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਆਏਗਾ, ਦੇਖੋ f(x1) = f(x2) ਇਫ ਜੇ ਆਪਣੇ ਕੋਲ f(x1) ਤੇ f(x2) ਇਕੁਅਲ ਹੈਗਾ, ਦਿਸ ਇੰਪਲਾਈਜ਼ ਕੀ ਹੋਏਗਾ, x1 - 2 = x2 - 2। ਦਿਸ ਇੰਪਲਾਈਜ਼ 2 ਇਸ ਨਾਲ ਕੈਂਸਲ ਹੋ ਜਾਏਗਾ, x1 = x2 ਆਪਣੇ ਕੋਲ ਆਉਂਦਾ ਹੈ। ਤਾਂ ਇੱਥੋਂ ਕੀ ਹੋਏਗਾ ਆਪਣੇ ਕੋਲ, ਜਦੋਂ ਆਪਾਂ ਇਹ ਦੋਨੋਂ ਇਕੁਅਲ ਲਿੱਤੇ ਤਾਂ ਆਪਣੇ ਕੋਲ ਐਲੀਮੈਂਟ ਵੀ ਇਕੁਅਲ ਆ ਗਏ। ਜਦੋਂ ਆਪਾਂ ਇਹ ਇਧਰੋਂ ਇਮੇਜਸ ਆਪਾਂ ਇਕੁਅਲ ਪੁੱਟ ਕੀਤੀਆਂ ਤਾਂ ਆਹ ਐਲੀਮੈਂਟ ਵੀ ਆਪਣੇ ਕੋਲ ਇਕੁਅਲ ਆਉਣੇ ਚਾਹੀਦੇ ਨੇ। ਤੇ ਜੇ ਆਪਣੇ ਕੋਲ ਇਕੁਅਲ ਟੂ ਆ ਜਾਂਦੇ ਨੇ then we can say function is 1 1। this implies ਕੀ ਹੋ ਗਿਆ ਆਪਣੇ ਕੋਲ, f(x1) = f(x2) ਜੇ ਤੁਸੀਂ ਲੈਂਦੇ ਹੋ ਤਾਂ ਤੁਹਾਡੇ ਕੋਲ x1 = x2 ਆ ਰਿਹਾ ਹੈ, and this is the required condition for 1 1। so this function is 1 1। ਕੀ ਹੋਏਗਾ, f is 1 1, ਤੇ ਇਹੀ ਆਪਾਂ ਇੱਥੇ ਪ੍ਰੂਫ ਕਰਨਾ ਸੀ। ਨੈਕਸਟ ਜਿਹੜੀ ਆਪਣੇ ਕੋਲ ਕੰਸੈਪਟ ਹੈ that is onto। onto ਫੰਕਸ਼ਨ ਕੀ ਹੁੰਦਾ ਹੈ, onto ਫੰਕਸ਼ਨ, ਓਕੇ, ਇਸ ਨੂੰ ਆਪਾਂ ਸਰਜੈਕਟਿਵ ਵੀ ਕਹਿ ਸਕਦੇ ਹਾਂ, ਸਰਜੈਕਟਿਵ ਫੰਕਸ਼ਨ ਇੱਕੋ ਹੀ ਗੱਲ ਹੁੰਦੀ ਹੈ, onto ਜਾਂ ਸਰਜੈਕਟਿਵ। ਇਹ ਆਪਣੇ ਕੋਲ ਕਿਹੜਾ ਹੋਏਗਾ, ਤਾਂ ਇਸ ਦੇ ਵਿੱਚ ਕੀ ਹੈ ਕਿ ਫਿਗਰ ਦੀ ਹੈਲਪ ਆਪਾਂ ਨੂੰ ਲੈਣੀ ਪਊਗੀ, ਉਸ ਤੋਂ ਬਗੈਰ ਕਨਸੈਪਟ ਕਲੀਅਰ ਨਹੀਂ ਹੋਣਾ ਤੁਹਾਡਾ। ਜਦੋਂ ਆਪਾਂ onto ਦੀ ਗੱਲ ਕਰਾਂਗੇ ਉਸ ਕੇਸ ਦੇ ਵਿੱਚ ਕੀ ਹੋਏਗਾ, ਆਪਾਂ ਨੂੰ ਸਪੋਜ਼ ਦੇਟ ਆ ਆਪਣੇ ਕੋਲ ਇੱਕ ਤਾਂ x ਸੈਟ ਹੈ, ਇੱਧਰ ਇਹ ਆਪਣੇ ਕੋਲ y ਸੈਟ ਹੈ। ਤਾਂ y ਦੇ ਵਿੱਚ ਜਿੰਨੇ ਵੀ ਐਲੀਮੈਂਟ ਆਉਂਦੇ ਨੇ, ਗੱਲ ਧਿਆਨ ਨਾਲ ਨੋਟ ਕਰਿਓ ਕਿਉਂਕਿ ਆਹ ਪੁਆਇੰਟ ਹੀ ਇੰਪੋਰਟੈਂਟ ਹੈਗਾ ਤੇ ਅਕਸਰ onto ਕਨਫਿਊਜ਼ ਕਰਦਾ ਹੁੰਦਾ ਬੱਚਿਆਂ ਨੂੰ। ਇਹਦੇ ਵਿੱਚ ਕੀ ਹੈ ਕਿ ਆਪਾਂ y ਸਾਈਡ ਤੋਂ ਚੱਲਾਂਗੇ, ਸਪੋਜ਼ ਦੇਟ ਇਹਦੇ ਵਿੱਚ 1 ਐਲੀਮੈਂਟ ਹੈਗਾ, 2 ਐਲੀਮੈਂਟ ਹੈਗਾ, 3 ਐਲੀਮੈਂਟ ਹੈਗਾ, 4 ਐਲੀਮੈਂਟ ਹੈਗੇ ਨੇ, ਜਿੰਨੇ ਮਰਜ਼ੀ ਐਲੀਮੈਂਟ ਹੋਣ। ਤਾਂ y ਦੇ ਵਿੱਚ ਕੋਈ ਵੀ ਆਪਾਂ ਐਲੀਮੈਂਟ ਲੈਨੇ ਹਾਂ ਉਸ ਦੀ ਆਪਣੇ ਕੋਲ ਪ੍ਰੀ ਇਮੇਜ ਇਨ x ਐਗਜ਼ਿਸਟ ਕਰਨਾ ਚਾਹੀਦਾ ਹੈ। ਜੇ ਆਪਣੇ ਕੋਲ y ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਤੇ ਉਹਨਾਂ ਦੀ ਪ੍ਰੀ ਇਮੇਜ x ਦੇ ਵਿੱਚ ਐਗਜ਼ਿਸਟ ਕਰਦੀ ਹੈ, only then we can say that f is onto function। ਹੁਣ ਜਿਵੇਂ ਇੱਥੇ ਆਪਣੇ ਕੋਲ 1 ਹੈਗਾ ਤਾਂ ਇੱਧਰ ਕੋਈ ਐਲੀਮੈਂਟ ਐਗਜ਼ਿਸਟ ਕਰੇਗਾ, ਸਪੋਜ਼ ਦੈਟ x1 ਜਿਸ ਦੀ ਇਮੇਜ ਆਪਣੇ ਕੋਲ 1 ਬਣਦੀ ਹੈ। ਜੇ ਇੱਥੇ ਆਪਣੇ ਕੋਲ 2 ਹੈ, ਠੀਕ ਹੈ ਨਾ, y ਦੇ ਵਿੱਚ 2 ਹੈਗਾ ਤਾਂ ਇਹਦੇ ਵਿੱਚ x ਵਿੱਚ ਕੋਈ ਐਲੀਮੈਂਟ ਹੋਰ ਐਗਜ਼ਿਸਟ ਕਰੇਗਾ ਜਿਸ ਦੀ ਇਮੇਜ 2 ਬਣਦੀ ਹੈ। ਜੇ ਤੁਸੀਂ 3 ਲੈਂਦੇ ਹੋ ਤਾਂ ਇਸ ਦੀ ਪ੍ਰੀ ਇਮੇਜ x3 ਕੋਈ ਵੀ ਐਲੀਮੈਂਟ ਹੋ ਸਕਦਾ ਜਿਸ ਦੀ ਇਮੇਜ 3 ਦੀ ਇਕੁਅਲ ਬਣਦੀ ਹੈ। ਐਵੇਂ ਹੀ ਆਪਣੇ ਕੋਲ 4 ਹੈਗਾ ਜਿਸ ਦੀ ਪ੍ਰੀ ਇਮੇਜ ਕੋਈ ਐਲੀਮੈਂਟ ਇੱਥੇ ਐਗਜ਼ਿਸਟ ਕਰਦੀ ਹੈ ਤੇ ਉਹ ਆਪਣੇ ਕੋਲ ਆ ਬਣਦੀ ਹੈ। ਕਲੀਅਰ।
ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ ਕਿ ਜਿਹੜਾ ਫੰਕਸ਼ਨ ਹੈਗਾ ਉਹ ਆਪਣੇ ਕੋਲ ਔਨ ਟੂ ਹੈ। y ਦੇ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹਨਾਂ ਸਾਰਿਆਂ ਦੀ ਪ੍ਰੀ ਇਮੇਜ ਉਹ ਐਲੀਮੈਂਟ ਜਿਹੜੇ ਕਿ x ਦੇ ਐਲੀਮੈਂਟ ਹੈਗੇ ਨੇ ਉਹ ਆਪਣੇ ਕੋਲ ਐਗਜ਼ਿਸਟ ਕਰਨੇ ਚਾਹੀਦੇ ਨੇ ਹਰ ਇੱਕ ਐਲੀਮੈਂਟ ਦਾ। ਓਨਲੀ ਦੈਨ ਦਿਸ ਫੰਕਸ਼ਨ ਇਜ਼ ਔਨ ਟੂ। एग्जाम्पल लेने आप एक सिंपल सी एग्जाम्पल लवांगे आप, ठीक। सो यू कैन सी सपोज दैट, अच्छा इसकी आप डेफिनेशन की बनूगी वो तो आप लिखे नहीं, इसनों आप जे डेफिनेशन लिखनी हो इसकी डेफिनेशन नोट करो इसनों। ए फंक्शन एफ, ए फंक्शन f from x to y is said to be on to if and only if each element of y, each element of y has at least one pre-image in x, then f is called on to। ਤੇ ਜੇ ਆਪਣੇ ਕੋਲ ਪ੍ਰੀ ਇਮੇਜ ਸਾਰਿਆਂ ਦੀ ਐਗਜ਼ਿਸਟ ਨਹੀਂ ਕਰਦੀ, ਆ ਵੀ ਤਾਂ ਕੁਐਸਚਨ ਬਣ ਸਕਦਾ ਹੈ। ਸਪੋਜ਼ ਇੱਥੇ ਕੋਈ ਐਲੀਮੈਂਟ ਇੱਕ ਹੋਰ ਐਲੀਮੈਂਟ ਆ ਗਿਆ, ਹੁਣ ਇਸ ਐਲੀਮੈਂਟ ਦੀ ਪ੍ਰੀ ਇਮੇਜ ਆਪਣੇ ਕੋਲ ਨਹੀਂ ਆ ਰਹੀ ਤਾਂ ਫਿਰ ਕੀ ਹੋਏਗਾ। ਨਾਓ ਇਫ ਫੰਕਸ਼ਨ ਇਜ਼ ਨੋਟ ਔਨ ਟੂ, ਆ ਵੀ ਨੋਟ ਕਰ ਲਓ, ਨੋਟ ਇਫ f is not on to। ਹੁਣ ਕੀ ਹੈ ਕਿ ਇਸ ਐਲੀਮੈਂਟ ਦੀ ਇੱਧਰ ਕੋਈ ਪ੍ਰੀ ਇਮੇਜ ਨਹੀਂ ਹੈ ਤਾਂ ਇਹ ਔਨ ਟੂ ਨਹੀਂ ਹੈਗਾ, ਤੇ ਜੇ ਔਨ ਟੂ ਨਹੀਂ ਹੈ ਤਾਂ ਫਿਰ ਕੀ ਹੋਏਗਾ। ਇਫ f is not on to, in that case f is called into function। ਤੇ ਕਿਹੜਾ ਬਣ ਜਾਊਗਾ ਫਿਰ, ਇਨਟੂ ਫੰਕਸ਼ਨ ਬਣ ਜਾਏਗਾ, ਇਨਟੂ। ਇਸ ਨੂੰ ਨੋਟ ਕਰ ਲਓ, ਇਨਟੂ ਫੰਕਸ਼ਨ। ਓਕੇ, ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਡੈਫੀਨੇਸ਼ਨ। ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਨਟੂ ਫੰਕਸ਼ਨ ਕਿਹੜਾ ਹੁੰਦਾ ਹੈ ਜਾਂ ਇਨਟੂ ਮੈਪਿੰਗ ਕਿਹੜੀ ਹੁੰਦੀ ਹੈ, ਠੀਕ ਹੈ ਨਾ। ਆਪਾਂ ਹੁਣ ਇੱਕ ਐਗਜ਼ਾਮਪਲ ਡਿਸਕਸ ਕਰਨੇ ਹਾਂ ਔਨਟੂ ਫੰਕਸ਼ਨ ਵਾਸਤੇ। ਸਪੋਜ਼ दैट एफ एक्स इज इक्वल टू, आप सिंपल जी एग्जाम्पल ही लवांगे, x+2 ले लिया आप, है ना, क्योंकि एग्जाम्पल्स तो बहुत ज़्यादा हैं, लेकिन सब तो पहला की है कि अपना कंसैप्ट क्लीयर होना चाहिए, फिर भावें जो मर्जी क्वेश्चन आ जाए सारे कर सकते हो। एफ एक्स इज इक्वल टू x+2 इज ए फंक्शन from R to R, such R to R, prove that f is on to। ਜਿਹੜਾ f फंक्शन है वो अपने को on to होएगा, ये आप प्रूफ करना है। so this is the statement, and according to this statement what we will do, अपने कोल एक तो आप आ फिगर ले ली है ना, एक आप आ फिगर ले ली, दो फिगरस ले लिया, तो इतों अपन को जो फंक्शन है वो बहुत ही वधिया तरीके नाल क्लीयर हो जाएगा। आ अपने कोल आर है रियल नंबर टू रियल नंबर
and this is a function f. f is defined as real number to real number, ਇਹ ਆਪਾਂ ਨੂੰ ਦਿੱਤਾ ਹੋਇਆ ਤੇ fx ਜਿਹੜਾ ਹੈ ਉਹ ਆਪਣੇ ਕੋਲ ਕਿੰਨਾ ਹੈ x + 2 ਕਲੀਅਰ। ਸਪੋਜ਼ ਦੇਟ ਹੁਣ ਕੀ ਹੈ ਕਿ ਔਨ ਟੂ ਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚੋਂ ਕੋਈ ਵੀ ਆਪਾਂ ਇੱਕ ਐਲੀਮੈਂਟ ਲੈਣੇ ਹਾਂ, ਕੋਈ ਵੀ ਐਲੀਮੈਂਟ, ਤਾਂ ਉਸ ਦੀ ਪ੍ਰੀ ਇਮੇਜ ਜਿਹੜੀ ਹੈਗੀ ਹੈ ਉਹ ਆਪਣੇ ਕੋਲ ਇੱਥੇ ਐਗਜ਼ਿਸਟ ਕਰਨੀ ਚਾਹੀਦੀ ਹੈ। ਆਪਾਂ ਕੀ ਕੀਤਾ, ਇਸ ਵਿੱਚ ਇੱਕ y ਐਲੀਮੈਂਟ ਲੈ ਲਿਆ, ਲੈਟ y ਬਿਲੋਂਗਸ ਟੂ R such that y is equal to fx, ठीक है ना, y is equal to fx, ये अपन को आ गया। ਹੁਣ ਜੇ y is equal to fx ਹੈਗਾ ਤਾਂ ਇਹਦੇ ਵਿੱਚ ਕੋਈ ਐਲੀਮੈਂਟ ਆਪਣੇ ਕੋਲ ਐਗਜ਼ਿਸਟ ਕਰਨਾ ਚਾਹੀਦਾ ਜਿਸ ਦੀ ਵੈਲਿਊ ਆਪਾਂ ਪੁੱਟ ਕਰੀਏ ਤਾਂ y ਦੇ ਇਕੁਅਲ ਆਵੇ, ਤਾਂ ਆਪਾਂ x ਦੀ ਵੈਲਿਊ ਆਪਾਂ ਨਿਕਾਲਣੀ ਹੈ ਤੇ ਉਹ ਜੇ y ਆਪਣੇ ਕੋਲ ਰੀਅਲ ਨੰਬਰ ਹੈ ਤਾਂ x ਵੀ ਕੀ ਹੋਏਗਾ, ਰੀਅਲ ਨੰਬਰ ਹੋਏਗਾ। ਤਾਂ ਇਹਦੇ ਵਿੱਚ ਤੁਸੀਂ ਕੀ ਕਰੋਗੇ, fx is equal to ਕਿੰਨਾ ਦਿੱਤਾ ਹੋਇਆ ਹੈ, ਜੋ ਫੰਕਸ਼ਨ ਤੁਹਾਨੂੰ ਦਿੱਤਾ ਹੋਇਆ ਉਹਨੂੰ ਤੁਸੀਂ ਇੱਥੇ ਯੂਜ਼ ਕਰੋਗੇ। y is equal to fx is equal to x plus 2, ਇੱਥੋਂ ਆਪਾਂ ਕੀ ਕਰਾਂਗੇ, x ਦੀ ਵੈਲਿਊ ਨਿਕਾਲਾਂਗੇ। x plus 2 is equal to y and this implies x is equal to y minus 2. This is the value of x. ਤਾਂ ਕੀ ਇਹ ਵੈਲਿਊ ਆਪਣੇ ਕੋਲ r ਦੇ ਵਿੱਚ ਬਿਲੋਂਗ ਕਰਦੀ ਹੈ, this is belongs to r। ਹੁਣ ਕੀ ਹੈ ਕਿ y ਕੀ ਹੈ ਆਪਣੇ ਕੋਲ, y ਆਪਣੇ ਕੋਲ ਰੀਅਲ ਨੰਬਰ ਹੈ, y minus 2 ਕਰਾਂਗੇ ਤਾਂ ਉਹ ਵੀ ਆਪਣੇ ਕੋਲ ਰੀਅਲ ਨੰਬਰ ਹੀ ਬਣੇਗਾ, ਇਹ ਵੀ r ਦੇ ਵਿੱਚ ਬਿਲੋਂਗ ਕਰੇਗਾ। ਤੇ ਜੇ y minus 2 ਜਿਹੜਾ ਹੈਗਾ ਉਹ r ਦੇ ਵਿੱਚ ਬਿਲੋਂਗ ਕਰਦਾ ਹੈ ਤੇ y minus 2 ਕਿਸ ਦੇ ਇਕੁਅਲ ਹੈਗਾ, ਉਹ x ਦੇ ਇਕੁਅਲ ਹੈਗਾ, ਤਾਂ x ਵੀ ਕੀ ਹੈ ਕਿ ਆਪਣੇ ਕੋਲ r ਦੇ ਵਿੱਚ ਬਿਲੋਂਗ ਕਰੇਗਾ, ਠੀਕ ਹੈ ਨਾ। ਤਾਂ ਆ ਜਿਹੜਾ x ਹੈਗਾ ਉਹ ਆਪਣੇ ਕੋਲ ਐਲੀਮੈਂਟ ਇਸ ਦੇ ਵਿੱਚ ਆ ਗਿਆ, ਠੀਕ ਹੈ ਨਾ। ਤਾਂ x ਇਕੁਅਲ ਟੂ ਕਿੰਨਾ ਹੋਣਾ ਚਾਹੀਦਾ, y minus 2, ਤਾਂ ਉਹ y ਦੇ ਇਕੁਅਲ ਬਣੇਗਾ। ਤੁਸੀਂ ਚੈੱਕ ਵੀ ਕਰ ਸਕਦੇ ਹੋ, fx is equal to ਕਿੰਨਾ ਹੈਗਾ, x equal to ਕਿੰਨਾ ਹੈਗਾ, y minus 2, f ਕਿੰਨਾ ਬਣ ਜਾਊਗਾ, y minus 2 ਬਣ ਗਿਆ, ਓਕੇ। ਉਸ ਤੋਂ ਬਾਅਦ is equal to ਆਪਣੇ ਕੋਲ ਫੰਕਸ਼ਨ ਲੈ ਲਓ ਹੁਣ ਤੁਸੀਂ, fx ਕਿੰਨਾ ਸੀਗਾ, x plus 2, ਇੱਥੇ ਇੱਕ ਵਾਰੀ ਧਿਆਨ ਦਿਓ, fx is equal to x plus 2 ਹੈਗਾ, ਤਾਂ ਜਿੱਥੇ x ਸੀਗਾ ਉੱਥੇ ਆਪਾਂ ਕੀ ਪੁੱਟ ਕਰਾਂਗੇ, y minus 2 ਪੁੱਟ ਕਰਾਂਗੇ ਨਾ, y minus 2, ਤਾਂ ਇੱਧਰ ਵੀ ਪੁੱਟ ਕਰਾਂਗੇ ਆਪਾਂ, ਫਿਰ y minus 2 ਕਰਾਂਗੇ, ठीक है ना। इस करके एक ही बन जाऊगा y minus 2 and plus 2 is equal to कैंसिल हो गया, is equal to y अपन को आ गया, ठीक है ना। so f(x) is equal to y। in this way we can say this function is onto, f is on 2। ਤਾਂ ਮੇਰੇ ਖਿਆਲ ਇਹ ਕਨਸੈਪਟ ਤੁਹਾਡਾ ਕਲੀਅਰ ਹੋ ਗਿਆ ਔਨ ਟੂ ਦਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿੰਨੀ ਦੇਰ ਤੱਕ ਆਪਾਂ ਪ੍ਰੈਕਟਿਸ ਨਹੀਂ ਕਰਦੇ, ਜਿੰਨੀ ਦੇਰ ਤੱਕ ਆਪਾਂ ਇਹਨਾਂ ਨੂੰ ਯੂਜ਼ ਨਹੀਂ ਕਰਦੇ, ਠੀਕ ਹੈ ਨਾ, ਤਾਂ ਐਗਜ਼ਾਮਪਲ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਆਪਾਂ ਫੰਕਸ਼ਨ ਡਿਸਕਸ ਕੀਤਾ 1 1 ਔਨ ਟੂ ਡਿਫਰੈਂਟ ਫਿਗਰਸ, ਫਿਰ ਕੀ ਕਿ ਉਹਨਾਂ ਦੀ ਐਗਜ਼ਾਮਪਲਸ ਵੀ ਇੱਕ ਇੱਕ ਐਗਜ਼ਾਮਪਲ ਆਪਾਂ ਇੱਥੇ ਡਿਸਕਸ ਹੋ ਗਈਆਂ ਤਾਂ ਜੋ ਕਨਸੈਪਟ ਜਿਹੜਾ ਹੈਗਾ ਤੁਹਾਡਾ ਹੋਰ ਜ਼ਿਆਦਾ ਸਟਰੋਂਗ ਹੋਵੇ। ਇਸ ਦੇ ਨਾਲ ਕੀ ਹੈ ਕਿ ਆਪਣੇ ਕੋਲ ਕੁਝ ਹੋਰ ਫੰਕਸ਼ਨਸ ਹੈਗੇ ਨੇ ਜੋ ਕਿ ਤੁਹਾਡੀ ਬੁੱਕ ਤੋਂ ਹੀ ਆਪਾਂ ਫੋਲੋ ਕਰਨੇ ਹਾਂ, ਯੂ ਕੈਨ ਸੀ। ਤਾਂ ਇਸ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਆਂਦਾ ਆਪਣੇ ਕੋਲ ਤੁਹਾਡੇ ਬੁੱਕ ਦੇ ਵਿੱਚ ਵੀ ਇੱਥੇ ਡਿਸਕਸ ਕਰ ਰਹੇ ਨਾ, ਸਿਰਫ 5 ਮਿੰਟ ਹੋਰ ਲਗਾਵਾਂਗੇ, ਲੈਕਚਰ ਜ਼ਿਆਦਾ ਲੰਬਾ ਹੋ ਰਿਹਾ। ਸਮ ਫੰਕਸ਼ਨਸ, ਸਭ ਤੋਂ ਪਹਿਲਾਂ ਇੱਥੇ ਆ ਗਿਆ ਆਈਡੈਂਟੀਟੀ ਫੰਕਸ਼ਨ,
ओके आइडेंटिटी फंक्शन की होंगे कि ਜਿਹੜੀ ਵੈਲਿਊ ਆਪਾਂ ਪੁੱਟ ਕਰੀਏ ਉਹੀ ਵੈਲਿਊ ਆਪਣੇ ਕੋਲ ਆ ਜਾਵੇ ਜਿਵੇਂ ਕਿ fx ਇਜ਼ ਇਕੁਅਲ ਟੂ x ਜਿਹੜਾ ਹੈ ਇਹ ਆਪਣੇ ਕੋਲ ਆਈਡੈਂਟੀਟੀ ਫੰਕਸ਼ਨ ਹੈਗਾ fx ਇਜ਼ ਇਕੁਅਲ ਟੂ x ਇਹਦੇ ਵਿੱਚ ਕੀ ਹੈ ਕਿ ਜੇ ਤੁਸੀਂ 1 ਲੋਗੇ ਤਾਂ 1 ਆਏਗਾ 2 ਪੁੱਟ ਕਰੋਗੇ ਤਾਂ 2 ਆਏਗਾ 3 ਪੁੱਟ ਕਰੋਗੇ ਤਾਂ ਆਪਣੇ ਕੋਲ 3 ਆ ਜਾਏਗਾ -1 ਪੁੱਟ ਕਰੋਗੇ ਤਾਂ -1 ਪੁੱਟ ਕਰੋਗੇ ਤਾਂ -2 ਆ ਜਾਏਗਾ ਤਾਂ ਜੋ ਵੈਲਿਊ ਤੁਸੀਂ ਪੁੱਟ ਕਰਦੇ ਹੋ ਉਹੀ ਵੈਲਿਊ ਆਪਾਂ ਨੂੰ ਆ ਜਾਂਦੀ ਹੈ ਤਾਂ ਉਸ ਨੂੰ ਆਪਾਂ ਆਈਡੈਂਟੀਟੀ ਫੰਕਸ਼ਨ ਬੋਲਦੇ ਹਾਂ ਤੇ ਜਿਹੜਾ ਆਈਡੈਂਟੀਟੀ ਫੰਕਸ਼ਨ ਦਾ ਜਿਹੜਾ ਗ੍ਰਾਫ ਹੁੰਦਾ ਹੈ ਠੀਕ ਹੈ ਨਾ ਉਹ ਆਪਣੇ ਕੋਲ ਇਸ ਤਰ੍ਹਾਂ ਦਾ ਬਣੇਗਾ ਆਪਣੇ ਕੋਲ ਜਿਹੜੀ ਕਿ ਆਪਣੇ ਕੋਲ ਇੱਥੇ ਸ਼ੋ ਕਰ ਰਿਹਾ ਠੀਕ ਹੈ ਇੱਕ ਸਟ੍ਰੇਟ ਲਾਈਨ x ਦੀ ਵੈਲਿਊ 2 y ਦੀ ਵੈਲਿਊ 2 x ਦੀ ਵੈਲਿਊ 4 y ਦੀ ਵੈਲਿਊ 4 x ਦੀ ਵੈਲਿਊ 8 y ਦੀ ਵੈਲਿਊ 8 ਠੀਕ ਹੈ ਨਾ ਇਹਨਾਂ ਨੂੰ ਤੁਸੀਂ ਚੈੱਕ ਕਰਕੇ ਦੇਖੋ ਸੇਮ ਵੈਲਿਊਜ਼ ਆ ਰਹੀਆਂ ਨੇ ਤਾਂ ਇਹ ਕੀ ਬਣ ਗਿਆ ਆਪਣੇ ਕੋਲ ਆਈਡੈਂਟੀਟੀ ਫੰਕਸ਼ਨ ਇਸ ਪ੍ਰਕਾਰ ਦਾ ਜਿਹੜਾ ਫੰਕਸ਼ਨ ਹੋਏਗਾ ਉਸ ਨੂੰ ਆਪਾਂ ਆਈਡੈਂਟੀਟੀ ਫੰਕਸ਼ਨ ਬੋਲਦੇ ਹਾਂ ਅੱਗੇ ਹੈਗਾ ਆਪਣੇ ਕੋਲ ਕਨਸਟੈਂਟ ਫੰਕਸ਼ਨ ਠੀਕ ਹੈ ਨਾ ਕਨਸਟੈਂਟ ਫੰਕਸ਼ਨ ਜਿਹੜੇ ਹੈ ਵੀ ਜਦੋਂ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਮਰਜ਼ੀ ਵੈਲਿਊ ਤੁਸੀਂ ਪੁੱਟ ਕਰਦੇ ਜਾਓ ਆਊਟਪੁੱਟ ਜਿਹੜੀ ਹੈਗੀ ਹੈ ਉਹ ਆਪਣੇ ਕੋਲ ਯੂਨੀਕ ਰਹੇਗੀ ਉਹ ਆਪਣੇ ਕੋਲ ਫਿਕਸ ਰਹੇਗੀ ਠੀਕ ਹੈ ਨਾ ਸੋ ਦ ਕਨਸਟੈਂਟ ਫੰਕਸ਼ਨ ਇਜ਼ ਡਿਫਾਈਨਡ ਐਜ਼ ਇਨ ਦਿਸ ਵੇ fx इज इक्वल टू c ਜਿਹੜਾ ਹੋਏਗਾ c ਆਪਣੇ ਕੋਲ ਕੋਈ ਵੀ ਰੀਅਲ ਨੰਬਰ ਹੋ ਸਕਦਾ ਹੈ ਠੀਕ ਹੈ ਨਾ 1 2 4 5 6 ਜਦੋਂ ਆਪਣੇ ਕੋਲ ਇਮੇਜ ਜਿਹੜੀ ਹੈਗੀ ਉਹ ਫਿਕਸ ਬਣਦੀ ਹੈ ਜਿਹੜੇ ਮਰਜ਼ੀ ਵੈਲਿਊ ਪੁੱਟ ਕਰਦੇ ਜਾਓ ਤਾਂ ਉਸ ਨੂੰ ਆਪਾਂ ਕਨਸਟੈਂਟ ਫੰਕਸ਼ਨ ਬੋਲਦੇ ਹਾਂ ਸਪੋਜ਼ ਦੈਟ ਤੁਸੀਂ fx ਇਜ਼ ਇਕੁਅਲ ਟੂ 2 ਲੈ ਲਿਆ ਹੈ ਨਾ ਤਾਂ ਇਹਦੇ 'ਚ ਕੀ ਹੈ ਕਿ ਜੇ ਤੁਸੀਂ 1 ਪੁੱਟ ਕਰੋਗੇ ਤਾਂ ਵੀ 2 ਰਹੇਗਾ 3 ਪੁੱਟ ਕੀਤਾ ਤਾਂ ਵੀ 2 ਆਏਗਾ ਜੇ ਤੁਸੀਂ -1 ਪੁੱਟ ਕਰੋਗੇ ਤਾਂ ਵੀ 2 ਆਏਗਾ ਜਿਹੜੀ ਮਰਜ਼ੀ ਵੈਲਿਊ ਪੁੱਟ ਕਰਦੇ ਜਾਓ ਤਾਂ ਇਸ ਪ੍ਰਕਾਰ ਦਾ ਜਿਹੜਾ ਫੰਕਸ਼ਨ ਹੋਏਗਾ ਦੈਟ ਇਜ਼ ਆਲਵੇਜ਼ ਨੋਨ ਐਜ਼ ਕਨਸਟੈਂਟ ਫੰਕਸ਼ਨ ਤੇ ਕਨਸਟੈਂਟ ਫੰਕਸ਼ਨ ਦਾ ਜਿਹੜਾ ਗ੍ਰਾਫ ਹੋਏਗਾ ਉਹ ਆਪਣੇ ਕੋਲ ਹਮੇਸ਼ਾ ਇਸ ਪ੍ਰਕਾਰ ਦੀ ਇੱਕ ਹੋਰੀਜ਼ੋਨਟਲ ਲਾਈਨ ਬਣੂਗੀ ਉਹ ਡਿਪੈਂਡ ਕਰੇਗਾ ਕਿ ਜਿਹੜਾ ਕਨਸਟੈਂਟ ਫੰਕਸ਼ਨ ਹੈਗਾ ਉਹ ਕਿਸ ਦੇ ਇਕੁਅਲ ਹੈਗਾ ਠੀਕ ਹੈ ਨਾ ਉਸ ਦੇ ਉੱਪਰ ਡਿਪੈਂਡ ਕਰੇਗਾ ਤੇ ਵੀ ਹੈਵ ਆਲਵੇਜ਼ ਏ ਸਟ੍ਰੇਟ ਲਾਈਨ ਐਂਡ ਦੈਟ ਸਟ੍ਰੇਟ ਲਾਈਨ ਵਿਲ ਬੀ ਆਲਵੇਜ਼ ਹੋਰੀਜ਼ੋਨਟਲ okay so this is very simple type of special function ਉਸ ਤੋਂ ਬਾਅਦ ਕੀ ਹੈ ਕਿ ਆਪਣੇ ਕੋਲ ਪੋਲੀਨੋਮੀਅਲਸ ਆ ਗਿਆ ਪੋਲੀਨੋਮੀਅਲ ਜਿਹੜਾ ਹੁੰਦਾ ਇਹ ਵੀ ਆਪਣੇ ਕੋਲ ਇੱਕ ਪ੍ਰਕਾਰ ਦਾ ਫੰਕਸ਼ਨ ਹੀ ਹੁੰਦਾ a function f r to r is said to be polynomial if for each x belongs to r and fx is equal to in this way ਤਾਂ ਇਹਦੇ 'ਚ ਕੀ ਹੈ ਕਿ a0 a1 a2 an ਜਿਹੜੇ ਹੈਗੇ ਨੇ these are constant x ਇੱਥੇ ਆਪਾਂ ਨੂੰ x ਆ ਗਿਆ ਇੱਥੇ x ਸਕੁਅਰ ਬਣ ਗਿਆ x ਦੀ ਪਾਵਰ n ਬਣ ਗਿਆ ਠੀਕ ਹੈ ਨਾ these all are variables and ਇਹਨਾਂ ਦੀ ਜੋ ਪਾਵਰਸ ਹੈਗੀ ਹੈ ਉਹ ਆਪਣੇ ਕੋਲ ਨੋਨ ਨੈਗੇਟਿਵ ਇੰਟੀਜਰ ਬਣਦਾ ਹੈ n is ਨੋਨ ਨੈਗੇਟਿਵ ਇੰਟੀਜਰ n ਨੈਗੇਟਿਵ ਨਹੀਂ ਹੋਣਾ ਚਾਹੀਦਾ 0 ਹੋ ਸਕਦਾ ਹੈ ਠੀਕ ਹੈ ਤਾਂ ਇਹ ਆਪਣੇ ਕੋਲ ਪੋਲੀਨੋਮੀਅਲਸ ਬਣਦੇ ਨੇ ਇਸ ਪ੍ਰਕਾਰ ਦਾ ਪੋਲੀਨੋਮੀਅਲ ਹੋਏਗਾ ਆ ਵੀ ਆਪਣੇ ਕੋਲ ਇੱਕ ਪੋਲੀਨੋਮੀਅਲ ਫੰਕਸ਼ਨ ਹੈਗਾ ਆ ਵੀ ਆਪਣੇ ਕੋਲ ਇੱਕ ਪੋਲੀਨੋਮੀਅਲ ਫੰਕਸ਼ਨ ਹੈਗਾ x ਦੀ ਪਾਵਰ ਜਿਹੜੀ ਹੈਗੀ ਨਾ ਉਹ ਆਪਣੇ ਕੋਲ ਨੋਨ ਨੈਗੇਟਿਵ ਇੰਟੀਜਰ ਹੋਣਾ ਚਾਹੀਦਾ ਹੈ ਨੋਨ ਨੈਗੇਟਿਵ ਦਾ ਮਤਲਬ ਨੈਗੇਟਿਵ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ 0 ਜਿਹੜਾ ਹੈਗਾ ਉਹ ਨੋਨ ਨੈਗੇਟਿਵ ਹੈ 0 ਪੋਜ਼ਿਟਿਵ ਹੋ ਸਕਦਾ ਹੈ ਨੈਗੇਟਿਵ ਹੋ ਸਕਦਾ ਹੈ ਲੇਕਿਨ ਨਾ ਤੈਨੂੰ ਆਪਾਂ 0 ਕਾਊਂਟ ਕਰਦੇ ਨਾ ਆਪਾਂ ਪੋਜ਼ਿਟਿਵ ਕਾਊਂਟ ਕਰ ਸਕਦੇ ਇਸ ਕਰਕੇ ਇਹ ਆਪਣੇ ਕੋਲ ਨੋਨ ਨੈਗੇਟਿਵ ਬਣਦਾ ਹੈ ਠੀਕ ਹੈ ਨਾ ਇੱਥੇ ਨੋਨ ਨੈਗੇਟਿਵ ਦਾ ਮਤਲਬ ਕੀ ਹੈ ਕਿ x ਦੀ ਜਿਹੜਾ n ਹੈਗਾ ਉਹ ਆਪਣੇ ਕੋਲ ਨੈਗੇਟਿਵ ਨਹੀਂ ਹੋਏਗਾ ਨੋਨ ਨੈਗੇਟਿਵ ਜਾਂ ਫਿਰ ਪੋਜ਼ਿਟਿਵ ਹੋਏਗਾ ਓਕੇ ਤਾਂ ਇਹ ਆਪਣੇ ਕੋਲ ਕੁਝ ਐਗਜ਼ਾਮਪਲਸ ਹੈਗੀਆਂ ਨੇ ਤਾਂ ਇਹ ਵੀ ਆਪਣੇ ਕੋਲ ਕੀ ਹੈ ਇਹ ਪੋਲੀਨੋਮੀਅਲ ਨਹੀਂ ਬਣੇਗਾ ਕਿਉਂਕਿ x ਦੀ ਪਾਵਰ ਜਿਹੜੀ ਹੈ ਉਹ ਇੰਟੀਜਰ ਨਹੀਂ ਬਣ ਰਹੀ ਆਪਣੇ ਕੋਲ ਠੀਕ ਹੈ ਨਾ ਇਹ ਇਸ ਦੀ ਜਿਹੜੀ x ਦੀ ਜਿਹੜੀ ਪਾਵਰ ਹੈਗੀ ਹੈ ਉਹ ਕੀ ਬਣ ਰਹੀ ਹੈ ਆਪਣੇ ਕੋਲ ਫਰੈਕਸ਼ਨ ਦੇ ਵਿੱਚ ਆ ਰਹੀ ਹੈ ਤਾਂ ਪੋਲੀਨੋਮੀਅਲ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਆਪਣੇ ਕੋਲ ਜਦੋਂ ਪੋਲੀਨੋਮੀਅਲ ਦੀ ਗੱਲ ਕਰਾਂਗੇ ਉਦੋਂ x ਦੀ ਪਾਵਰ ਆਪਣੇ ਕੋਲ 1 2 3 4 5 6 7 8 9 10 ਇਸ ਤਰ੍ਹਾਂ ਆਪਣੇ ਕੋਲ ਬਣਦੀ ਰਹਿਣੀ ਚਾਹੀਦੀ ਹੈ ਤਾਂ ਹੀ ਉਹ ਆਪਣੇ ਕੋਲ ਬਣੇਗਾ ਅਦਰਵਾਈਜ਼ ਨਹੀਂ ਬਣੇਗਾ ਤਾਂ ਇਸ ਵਿੱਚ ਕੀ ਹੈ ਕਿ ਆਪਣੇ ਕੋਲ ਕੁਝ ਗ੍ਰਾਫ ਦਿੱਤੇ ਹੋਏ ਨੇ y is equal to fx is equal to x square ਠੀਕ ਹੈ ਨਾ ਇਸ ਦਾ ਤੁਸੀਂ ਇਹ ਐਗਜ਼ਾਮਪਲ 13 ਐਗਜ਼ਾਮਪਲ 14 ਇਹ ਮੈਂ ਤੁਹਾਡੇ ਵਾਸਤੇ ਛੱਡ ਰਿਹਾ ਬਿਕੋਜ਼ ਥੀਸ ਆਰ ਨਾਓ ਵੈਰੀ ਸਿੰਪਲ ਐਂਡ ਯੂ ਕੈਨ ਡੂ ਯੂਰਸੈਲਫ ਤਾਂ ਕੱਲ ਜਿਹੜਾ ਇਸ ਤੋਂ ਬਾਅਦ ਜਿਹੜਾ ਟਿਊਟੋਰੀਅਲ ਆਏਗਾ ਉਸ ਵਿੱਚ ਆਪਾਂ ਡਿਸਕਸ ਕਰਾਂਗੇ ਰੈਸ਼ਨਲ ਫੰਕਸ਼ਨ ਕੀ ਹੁੰਦਾ ਹੈ ਉਸ ਤੋਂ ਬਾਅਦ ਇਸ ਵਿੱਚ
ਮੋਡੂਲਸ ਫੰਕਸ਼ਨ ਕਿਹੜਾ ਹੁੰਦਾ ਹੈ? ਥੀਸ ਆਰ ਵੈਰੀ ਇੰਪੋਰਟੈਂਟ। ਸਿਗਨਮ ਫੰਕਸ਼ਨ ਕੀ ਹੁੰਦਾ ਹੈ, ਤੇ ਇੱਕ ਹੋਰ ਆਏਗਾ ਇਸ ਵਿੱਚ ਗ੍ਰੇਟੈਸਟ ਇੰਟੀਜਰ, ਠੀਕ ਹੈ ਨਾ। ਇਹ ਜਿਹੜੀਆਂ 3 ਟਾਈਪਸ ਹੈਗੀਆਂ ਨੇ, ਵੀ ਵਿਲ ਡਿਸਕਸ ਇਨ ਦਾ ਨੈਕਸਟ ਲੈਕਚਰ। ਓਕੇ, so dear student, in this tutorial we discuss various type of functions, ठीक है ना। 1 ਕੀ ਹੁੰਦਾ ਹੈ, on to ਕੀ ਹੁੰਦਾ ਹੈ, ਉਸ ਤੋਂ ਬਾਅਦ ਜਿਹੜੇ ਬਾਕੀ ਦੇ ਆਪਣੇ ਕੋਲ ਫੰਕਸ਼ਨ ਜਿਹੜੇ ਆਏ ਸੀਗੇ, ਕੌਂਸਟੈਂਟ ਫੰਕਸ਼ਨ ਕਿਹੜਾ ਹੁੰਦਾ ਹੈ, ਤੇ ਹੋਰ ਕਿਹੜਾ ਸੀਗਾ, ਪੋਲੀਨੋਮੀਅਲ ਕੀ ਹੋ ਗਿਆ, ਵਾਟ ਇਜ਼ ਪੋਲੀਨੋਮੀਅਲ, ਕੌਂਸਟੈਂਟ ਫੰਕਸ਼ਨ ਐਂਡ ਆਈਡੈਂਟੀਟੀ ਫੰਕਸ਼ਨ। ਤਾਂ ਇਹ ਕੁਛ ਟਾਈਪਸ ਆਪਾਂ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤੀਆਂ ਨੇ। ਐਂਡ ਯੂ ਸ਼ੁੱਡ ਗੋ ਥਰੂ ਐਂਡ ਅੰਡਰਸਟੈਂਡ ਆਲ ਥੀਸ ਬੇਸਿਕ ਕੰਸੈਪਟ, ਕਿਉਂਕਿ ਇਸ ਤੋਂ ਬਗੈਰ ਜਿਹੜਾ ਹੈਗਾ ਹੈ ਕਿ ਜਿੰਨਾ ਵੀ ਤੁਸੀਂ ਬਾਕੀ ਦਾ ਸਬਜੈਕਟ ਪੜ੍ਹੋਗੇ ਉਹ ਤੁਹਾਡਾ ਅਧੂਰਾ ਹੋਏਗਾ। ਫੰਕਸ਼ਨ ਜਿੰਨੀ ਦੇਰ ਤੱਕ ਤੁਸੀਂ ਮੈਥਮੈਟਿਕਸ ਪੜ੍ਹੋਗੇ, ਚਾਹੇ ਤੁਸੀਂ ਹੁਣ +2 ਵਿੱਚ ਪੜ੍ਹੋਗੇ, ਉਸ ਤੋਂ ਬਾਅਦ ਤੁਸੀਂ ਹਾਇਰ ਕਲਾਸ ਦੇ ਵਿੱਚ ਜਾਓਗੇ, ਉੱਥੇ ਵੀ ਤੁਸੀਂ ਮੈਥਮੈਟਿਕਸ ਜੇ ਤੁਸੀਂ ਚੂਜ਼ ਕਰਦੇ ਹੋ ਤਾਂ ਫੰਕਸ਼ਨ ਤੋਂ ਬਗੈਰ ਕੋਈ ਵੀ ਚੀਜ਼ ਕਲੀਅਰ ਨਹੀਂ ਹੁੰਦੀ। ਐਵਰੀਥਿੰਗ ਇਜ਼ ਫੰਕਸ਼ਨ ਐਂਡ ਆਲ ਦਾ ਮੈਥਮੈਟਿਕਸ ਡਿਪੈਂਡਸ ਅਪੋਨ ਫੰਕਸ਼ਨਸ, ਠੀਕ ਹੈ ਨਾ। ਜੇ ਤੁਸੀਂ ਕਿਸੇ ਨੂੰ ਡਿਫਰੈਂਸ਼ੀਏਟ ਕਰਦੇ ਹੋ, ਇੰਟੀਗ੍ਰੇਟ ਕਰਦੇ ਹੋ, ਆਲ ਥੀਸ ਆਰ ਫੰਕਸ਼ਨਸ। ਤੁਸੀਂ ਡਿਫਰੈਂਸ਼ੀਅਲ ਇਕੁਏਸ਼ਨ ਸਟੱਡੀ ਕਰੋਗੇ, ਠੀਕ ਹੈ ਨਾ, ਤੁਸੀਂ ਇੰਟੈਗਰਲ ਇਕੁਏਸ਼ਨ ਸਟੱਡੀ ਕਰੋਗੇ, ਤੁਸੀਂ ਕੰਪਲੈਕਸ ਵੇਰੀਏਬਲਸ ਨੂੰ ਸਟੱਡੀ ਕਰੋਗੇ, ਆਲ ਥੀਸ ਆਰ ਫੰਕਸ਼ਨਸ। So you have to focus on these very basic definitions, and all these are very simple. If you have any kind of question or you want to know more about this concept, or if you have any doubt, you can put your question in the chat box of YouTube, and I will check it. And if you have put there some good questions, I definitely try to give you answer in the next tutorial. So thank you very much to see this lecture till the end.